ਹੈਲੋ ਫਰੈਂਡ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੇਕਅਪ ਪਾਲਸੀ ਵਿੱਚ। ਅੱਜ ਅਸੀਂ ਡਿਸਕਸ ਕਰਾਂਗੇ BA 3rd ਸਮੈਸਟਰ ਦੀ ਅਗਲੀ ਪੋਇਮ, ਠੀਕ ਹੈ ਜੀ, ਜਿਹੜੀ ਕਿ ਮਨੀ ਮੈਡਨੈਸ ਹੈ, ਰਿਟਨ ਬਾਏ DH ਲਾਰੈਂਸ। ਠੀਕ ਹੈ, ਤੇ ਲਾਸਟ ਵੀਡੀਓ ਦੇ ਵਿੱਚ ਮੈਂ 2 ਪੋਇਮਸ ਕੰਪਲੀਟ ਕਰਵਾ ਚੁੱਕੀ ਹਾਂ। ਤੁਸੀਂ ਮੇਰੀ ਪਲੇਲਿਸਟ ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਅਬਾਊਟ ਦਾ ਪੋਇਮ ਕੀ ਕਹਿੰਦਾ ਪੋਇਟ। ਠੀਕ ਹੈ ਜੀ, ਤੁਸੀਂ ਸਭ ਤੋਂ ਪਹਿਲਾਂ ਪੋਇਮ ਦੀ ਸੈਂਸ ਸਮਝ ਲਓ। ਠੀਕ ਹੈ, ਜੇ ਇੱਕ ਵਾਰੀ ਸੈਂਸ ਸਮਝ ਲਈ ਤਾਂ ਕੁਐਸਚਨ ਆਨਸਰ ਸਟੈਂਜਾ ਵਾਈਜ਼ ਐਕਸਪਲੇਨੇਸ਼ਨ ਬਿਕਮ ਵੈਰੀ ਈਜ਼ੀ। ਠੀਕ ਹੈ ਜੀ, ਇਹਦੇ ਵਿੱਚ ਕੀ ਕਿਹਾ, ਕਹਿੰਦੇ ਵੀ ਪਰਸਨ ਦੀਆਂ 2 ਕੈਟਾਗਰੀਜ਼ ਹੁੰਦੀਆਂ। ਠੀਕ ਹੈ, ਇੱਕ ਹੋ ਗਿਆ ਸਪਿਰਿਚੁਅਲਿਟੀ, ਇੱਕ ਹੋ ਗਿਆ ਮਟੀਰੀਅਲਿਜ਼ਮ। ਸਪਿਰਿਚੁਅਲਿਟੀ ਮਤਲਬ ਹੁੰਦਾ ਵੀ ਗੋਡ ਵੈਲਿਊਜ਼, ਮਤਲਬ ਕੋਈ ਬੁਰੇ ਮਤਲਬ ਪੂਜਾ ਪਾਠ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਵੀ ਗੁੱਡ ਬੈਡ ਗੋਡ ਦੇ ਨਾਲ ਜੁੜੇ ਰਹਿਣਾ, ਸਪਿਰਿਚੁਅਲਿਟੀ ਹੋ ਗਈ। ਠੀਕ ਹੈ, ਇੱਕ ਹੋ ਗਿਆ ਮਟੀਰੀਅਲਿਜ਼ਮ, ਮਟੀਰੀਅਲ ਲਾਈਫ, ਮਤਲਬ ਕਿ ਪੈਸੇ ਦੇ ਲਈ ਪਾਗਲਪਨ। ਜਿਵੇਂ ਹੁਣ ਇਹ ਪੋਇਮ ਦਾ ਨਾਮ ਕੀ ਹੈ, ਮਨੀ ਮੈਡਨੈਸ ਹੈ। ਮਨੀ ਮੈਡਨੈਸ ਮਤਲਬ ਪੈਸੇ ਦੇ ਲਈ ਪਾਗਲਪਨ ਕਿਵੇਂ ਹੋ ਰਿਹਾ ਅੱਜ ਕੱਲ੍ਹ ਦੁਨੀਆ 'ਚ, ਉਹ ਆਪਾਂ ਨੂੰ ਇਹਦੇ ਵਿੱਚ ਪੜ੍ਹਨ ਨੂੰ ਮਿਲੂਗਾ। ਜਿਵੇਂ ਜਿਹੜਾ ਜ਼ਿਆਦਾ ਰਿਚ ਹੈ ਹੈ ਨਾ, ਉਹਦੇ ਕੋਲ ਪੈਸਾ ਜ਼ਿਆਦਾ ਹੈ। ਠੀਕ ਹੈ ਜੀ, ਹੁਣ ਜਿਹੜਾ ਗਰੀਬ ਹੈ ਉਹਦੇ ਕੋਲ ਤਾਂ ਪੈਸਾ ਹੀ ਨਹੀਂ ਹੈਗਾ। ਹੁਣ ਜਿਹੜੇ ਲੋਕ ਨੇ, ਮੰਨ ਲਓ ਤੁਸੀਂ ਕਿਸੇ ਨੂੰ 1 ਰੁਪਈਆ ਦਿੰਦੇ ਹੋ, ਪੋਇਟ ਕਹਿੰਦਾ ਵੀ ਮੰਨ ਲਓ ਤੁਸੀਂ 1 ਰੁਪਈਆ ਦਿੰਦੇ ਹੋ, ਤੁਹਾਡੇ ਦਿਲ 'ਚ ਦਰਦ ਹੁੰਦਾ, ਜੇ ਤੁਹਾਨੂੰ 10 ਰੁਪਏ ਦੇਣੇ ਪੈ ਜਾਣ ਤਾਂ ਹਾਰਟ ਅਟੈਕ ਆ ਜਾਊਗਾ। ਇੱਦਾਂ ਮਤਲਬ ਜਿਹੜੀ ਲਾਈਫ ਹੈ ਉਹ ਬਣ ਚੁੱਕੀ ਹੈ ਅੱਜ ਕੱਲ੍ਹ। ਮਟੀਰੀਅਲ ਲਾਈਫ ਮਤਲਬ ਜ਼ਿਆਦਾ, ਮੰਨ ਲਓ ਤੁਸੀਂ ਇੱਕ ਪਲੇਸ 'ਤੇ ਹੋ ਅਤੇ ਉੱਥੇ ਰਿਚ ਪਰਸਨ ਵੀ ਨੇ ਅਤੇ ਪੂਅਰ ਪਰਸਨ ਵੀ ਨੇ। ਤੁਸੀਂ ਜ਼ਿਆਦਾਤਰ ਰਿਚ ਪਰਸਨ ਨਾਲ ਜ਼ਿਆਦਾ ਗੱਲ ਕਰਨਾ ਪਸੰਦ ਕਰੋਗੇ। ਇਹ ਪੋਇਟ ਨੇ ਇਹਦੇ ਵਿੱਚ ਪੂਰੀ ਪੋਇਮ ਦੇ ਵਿੱਚ ਕਿਹਾ। ਜਿਵੇਂ ਹੁਣ ਆਪਾਂ ਪੜ੍ਹਾਂਗੇ, In Money Madness, the poet criticized the mad cravings for wealth and riches at the cost of human values. This greed has penetrated deep into the life of not only individuals but also into the life of the entire society as a whole. Money mad ਵੀ ਪੂਰੇ ਹੋਲ ਸੁਸਾਇਟੀ ਦੇ ਵਿੱਚ ਇਹ ਗੱਲ ਜਿਹੜੀ ਫੈਲੀ ਹੋਈ ਹੈ, ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਹੈਗੀ। ਮਨੀ ਮੈਡ ਪੀਪਲ ਹੈਵ ਨੋ ਰਿਗਾਰਡ ਫॉर ਦ ਸਪਿਰਿਚੁਅਲ ਸਾਈਡ ਆਫ ਲਾਈਫ, ਮਤਲਬ ਕੋਈ ਰਿਗਾਰਡ ਨਹੀਂ ਹੈਗਾ ਸਪਿਰਿਚੁਅਲ ਸਾਈਡ ਵੱਲ। ਦੇ ਡੂ ਨਾਟ ਕੇਅਰ ਫॉर ਸਚ ਹਿਊਮਨ ਵੈਲਿਊਜ਼ ਐਜ਼ ਸਿੰਪਲੀ ਲਵ ਐਂਡ ਸੈਲਫ ਰਿਸਪੈਕਟ। The poet warns that if such an attitude persists, all people and human values will be thrown to the winds, and people would not then care for one another's. In the craze for money, all principles of existence would be overlooked. The poet put in the word of caution, saying that if we do not check this madness for money, ਕਹਿੰਦੇ ਵੀ ਜੇ it can turn us into murder, ਕਹਿੰਦੇ ਵੀ ਉਹ ਕੀ ਕਰਦੇ ਨੇ, ਮਨੀ ਨੂੰ ਇੰਨਾ ਚੈੱਕ ਕਰਦੇ ਨੇ ਵੀ ਮਨੀ ਦੇ ਉੱਤੇ ਇੰਨਾ ਪਾਗਲ ਨੇ, ਗਿਣ ਕੇ ਰੱਖਦੇ ਨੇ ਪੈਸੇ। ਠੀਕ ਹੈ, ਤੇ ਇਟ ਕੈਨ ਟਰਨ ਅਸ ਇੰਟੂ ਮਰਡਰਸ, ਉਹ ਮਰਦੇ ਦਮ ਤੱਕ ਆਪਣੇ ਪੈਸੇ ਨੂੰ ਪਿਆਰ ਕਰਦੇ ਨੇ, ਜਿਹੜੇ ਮਨੀ ਦੇ ਪਿੱਛੇ ਮੈਡਨੈਸ ਨੇ, ਪਾਗਲਪਨ ਨੇ। ਠੀਕ ਹੈ ਜੀ, ਅੱਗੇ ਆਪਾਂ ਸਟੈਂਜਾ ਵਾਈਜ਼ ਐਕਸਪਲੇਨੇਸ਼ਨ ਦੇਖ ਲੈਂਦੇ ਹਾਂ ਜੀ। ਠੀਕ ਹੈ ਜੀ, ਮਨੀ ਇਜ਼ ਆਰ ਮੈਡਨੈਸ, ਆਰ ਵਾਸਟ ਕਲੈਕਸ਼ਨ ਮੈਡਨੈਸ, and of course if the multitudes is mad, the individuals carrying his own grain of insanity around with him. I doubt if any man living hands out a proud note without a pang, and a real timors if he had hands out a 10 pound notes. ਠੀਕ ਹੈ ਜੀ, ਕਹਿੰਦੇ ਵੀ ਜੇ 10 ਪਾਊਂਡ ਦੇਣੇ ਪੈ ਜਾਣ ਤਾਂ ਉਹਨਾਂ ਨੂੰ ਪੂਰੀ ਬੁਰੀ ਹਾਲਤ ਹੋ ਜਾਂਦੀ ਹੈ। ਇਹੀ ਗੱਲ ਸਭ ਤੋਂ ਪਹਿਲਾਂ, ਇਹੀ ਗੱਲ ਹੈ ਜਿਹੜੀ ਇਹ ਸਟੈਂਜੇ 'ਚ ਹੋ ਗਈ। ਅਤੇ ਸਭ ਤੋਂ ਪਹਿਲਾਂ ਆਪਾਂ ਲਿਖਣਾ ਰੈਫਰੈਂਸ ਟੂ ਕੰਟੈਕਸਟ। ਰੈਫਰੈਂਸ ਟੂ ਕੰਟੈਕਸਟ ਆਪਾਂ ਲਿਖਾਂਗੇ these lines have been taken from the Money Madness written by DH Lawrence. ਠੀਕ ਹੈ, this poem is a bitter criticism, ਮਤਲਬ ਕ੍ਰਿਟਿਸਿਜ਼ ਕਰ ਰਹੀ ਹੈ ਕਿਹਨੂੰ, of the mad race, ਜਿਹੜੇ ਪਾਗਲ ਹੋਏ ਪਏ ਨੇ, for money to the utter disregard for human values.
डिसरिगार्ड कर रही हैं ह्यूमन वैल्यूज़ ਨੂੰ। ठीक है जी, ਇਹਦੀ ਐਕਸਪਲੇਨੇਸ਼ਨ ਦੇਖ ਲੈਂਦੇ ਹਾਂ। ਐਕਸਪਲੇਨੇਸ਼ਨ ਇਹੀ ਹੈ ਵੀ ਉਹਦੇ ਕੋਲ ਕਲੈਕਸ਼ਨ ਆਫ ਮੈਡਨੈਸ ਹੈ ਮਨੀ ਦੀ। ਠੀਕ ਹੈ ਜੀ, ਜੇ ਮਤਲਬ ਉਹਨੇ ਕੀ ਕਰਿਆ ਹੈ, ਇੱਕ ਇਨਸਾਨ ਨੇ ਪੈਸੇ ਇੰਨੇ ਇਕੱਠੇ ਕਰੇ ਹੋਏ ਨੇ, ਭਰਿਆ ਹੋਇਆ ਸਾਰਾ ਕੁਛ ਬੈਂਕਾਂ। ਠੀਕ ਹੈ, ਜੇ ਉਹਨੂੰ 10 ਪਾਊਂਡ ਵੀ ਦੇਣੇ ਪੈ ਜਾਣ ਕਿਸੇ ਨੂੰ ਤਾਂ ਉਹਨੂੰ ਹਾਰਟ ਅਟੈਕ ਆ ਜਾਂਦਾ। ਲਾਸਟ ਲਾਈਨ ਲਿਖੀ ਹੈ, the poet means to say that the love for money is so deep, ਡੂੰਘੀ ਹੈ, that parting with any fraction of it becomes a matter of great pain, ਉਹਨੂੰ ਕੀ ਹੁੰਦਾ, ਦਰਦ ਹੁੰਦਾ ਬਹੁਤ ਵੱਡਾ। ਠੀਕ ਹੈ ਜੀ, ਅੱਗੇ ਆਪਾਂ ਦੇਖਦੇ ਹਾਂ, we cruel money makes and cruel, it has got us down, we growled before it in strange tremor, and no wonder, for money has a fearful cruel powers among men, but it is not money we are so terrified of, it is collection money madness of mankind for mankind, saying that one voice, how much is he worth, has he no money, then let him eat dirt and go cold। मतलब ਇਹ ਕੀ ਹੈ ਇਹਨਾਂ ਨੇ ਵੀ ਜਿਹਦੇ ਕੋਲ ਮੰਨ ਲਓ ਮਨੀ ਨਹੀਂ ਹੈਗੀ, ਠੀਕ ਹੈ, ਮਤਲਬ ਉਹ ਗਰੀਬ ਨੇ, ਜਿਵੇਂ ਆਪਾਂ ਦੇਖਿਆ ਵੀ ਸੜਕਾਂ ਤੇ ਜਿਹਦੇ ਕੋਲ ਕੁਝ ਵੀ ਨਹੀਂ ਹੁੰਦਾ, ਇੱਦਾਂ ਹੀ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਨੇ, ਉਹ ਮਤਲਬ ਉਹਦੇ ਕੋਲ ਫੂਡ ਵੀ ਨਹੀਂ ਹੁੰਦਾ ਈਵਨ ਖਾਣ ਲਈ, ਉਹਨੂੰ ਜੇ ਮਤਲਬ ਕੋਈ ਰਿਚ ਪਰਸਨ ਜਾਂ ਕੋਈ ਵੀ ਉਹਨਾਂ ਨੂੰ ਫੂਡ ਦਿੰਦਾ ਤਾਂ ਨਾਲ ਉਹਨੂੰ ਡਰਟ ਵੀ ਮਿਲਦੀ ਹੈ ਖਾਣ ਲਈ, ਮਤਲਬ ਕਹਿੰਦਾ ਵੀ ਲੋ ਇਹ ਖਾ ਲਓ ਐਵੇਂ ਕਹਿੰਦੇ ਨੇ। ਠੀਕ ਹੈ, ਤੇ ਨਾਲ ਨਾਲ ਉਹਨਾਂ ਨੂੰ बुरा भला बोलिया भी जाता है भी तुम काम नहीं करते, तुम काम करके भी तो खा सकते हो, ऐसे कहते हैं। ठीक है, ਇਹਨਾਂ ਦੀ ਐਕਸਪਲੇਨੇਸ਼ਨ ਦੇਖ ਲੈਂਦੇ ਹਾਂ। ਐਕਸਪਲੇਨੇਸ਼ਨ ਦੇ ਵਿੱਚ ਵੀ ਇਹੀ ਗੱਲ ਕਹੀ ਹੈ। ਠੀਕ ਹੈ, ਵੀ ਰਿਮੇਨ ਫ੍ਰੀਜ਼ਡ ਮਨੀ ਕੀਪਸ ਅਸ ਫਰਾਈਟਨਡ, ਵੀ ਰਿਮੇਨ ਫਰਾਈਟਨਡ ਲਿਸਟ ਵੀ ਸ਼ੁੱਡ ਫੇਲ ਟੂ ਅਰਨ ਮੋਰ। ਲਾਸਟ ਲਾਈਨ ਦੇਖਦੇ ਹਾਂ ਇਹਦੇ ਵਿੱਚ, everyone says how much is he worth, and if one has no money, people turn their face away from them, they says let him eat dirt and go cold, the poor fellow is then left to starve and die। ਠੀਕ ਹੈ, ਉਹਨੂੰ ਮਤਲਬ ਇੰਨਾ ਬੁਰੇ ਤਰੀਕੇ ਨਾਲ ਬੋਲਦੇ ਨੇ, ਟੈਰਰ ਵਰਡਸ ਬੋਲਦੇ ਨੇ। ਠੀਕ ਹੈ, ਅਗਲਾ ਸਟੈਂਜਸ ਦੇਖਦੇ ਹਾਂ। and if I have no money, they will give me a little bread so I do not die, but they will make me eat dirt with it, I shall have to eat dirt, I shall have to eat dirt। if I have no money, it is that I am frightened of, and that fear can become a dilemma, it is fear of my money mad fellow man। ਮਤਲਬ ਜਿਹੜਾ ਮਨੀ ਪਿੱਛੇ ਮੈਡਨੈਸ ਆ ਉਹਨੂੰ ਕੀ ਕਿਹਾ, ਫੈਲੋਮੈਨ ਕਿਹਾ ਇਹਨਾਂ ਨੇ। ਕਹਿੰਦੇ ਪੈਸੇ ਦੀ ਭੁੱਖ ਤਾਂ ਸਭ ਨੂੰ ਹੁੰਦੀ ਆ, ਹਨਾ, ਪੈਸੇ ਦੇ ਤਾਂ ਸਭ ਨੂੰ ਆ। ਜੇ ਮਤਲਬ ਉਹ ਥੋੜਾ ਜਿਹਾ ਬ੍ਰੈਡ ਉਹਨੂੰ ਦੇ ਦਿੰਦਾ, ਮਤਲਬ ਦੇ ਦਿੰਦਾ ਗਰੀਬ ਨੂੰ, ਤਾਂ ਉਹਨੂੰ ਨਾਲ ਉਹਨੂੰ ਡਰਟ ਵੀ ਦਿੱਤੀ ਜਾਂਦੀ ਹੈ ਇੱਕ ਤਰ੍ਹਾਂ ਦੀ। The poet says that if he has no money, there can be some who will give him a little bread to eat so that he does not die। ਕਹਿੰਦੇ ਵੀ ਉਹ ਮਰ ਨਹੀਂ ਜਾਊਗਾ, ਮਤਲਬ ਮਰ ਜੂਗਾ, ਮਤਲਬ ਜੇ ਉਹਨੂੰ ਬ੍ਰੈਡ ਨਹੀਂ ਮਿਲੂਗੀ, but they will make him eat dirt also along with their little bread। ਪਰ ਉਹ dirt ਖਾ ਰਿਹਾ ਹੈ। by eating dirt the poet mean accepting insults and humiliation without complaining। in another word, those who will give you a little bread out of what they call charity will make you feel humiliated and slighted। if one has no money and accepted a little help from others, he has to lose all self-respect। the little help never come as gestures of regards or respect, it comes with a feeling of superstitiousness, it
is this humiliation that the poet is frightened of. It is the fear of his money mad fellow man who never part with a penny without a pang in their heart, and this fear can change into a delirium. Thus, when the poet sees money mad multitudes of around him, he too carried to gain grain of his madness of this madness with him. ਕਹਿੰਦੇ ਵੀ ਜੇ ਮਤਲਬ ਉਹਨੂੰ ਡਰਟ ਦਿੱਤੀ ਜਾਂਦੀ ਆ, ਉਹਦੇ ਨਾਲ ਨਾਲ ਉਹਦੀ ਸੈਲਫ ਲੋਸ ਆਲ ਸੈਲਫ ਰਿਸਪੈਕਟ, ਉਹਦੀ ਕੋਈ ਮਤਲਬ ਰਿਸਪੈਕਟ ਨਹੀਂ ਹੁੰਦੀ, ਰਿਸਪੈਕਟ ਨਹੀਂ ਦਿੱਤੀ ਜਾਂਦੀ ਉਹਨੂੰ, ਬਿਕੋਜ਼ ਉਹ ਪੂਅਰ ਹੈ। ਠੀਕ ਹੈ, ਅੱਜ ਕੱਲ੍ਹ ਇੱਦਾਂ ਹੀ ਹੈ, ਜਿਹੜਾ ਪੂਅਰ ਇਨਸਾਨ ਹੈ ਉਹਨੂੰ ਕੋਈ ਰਿਸਪੈਕਟ ਨਹੀਂ ਦਿੱਤੀ ਜਾਂਦੀ, ਮਤਲਬ ਜਿਹੜਾ ਰਿਚ ਆ ਉਹਨੂੰ ਪੂਰੀ ਰਿਸਪੈਕਟ ਦਿੱਤੀ ਜਾਂਦੀ ਹੈ, ਜੀ ਜੀ ਕਿਹਾ ਜਾਂਦਾ ਉਹਨੂੰ। ਠੀਕ ਹੈ ਜੀ, ਐਵੇਂ we must have some money to save us from eating dirt, and this is all wrong. Bread should be free, shelter should be free, fire should be free to all and anybody, all over the world. ਕਹਿੰਦੇ ਵੀ ਪੋਇਟ ਕਹਿੰਦਾ ਵੀ ਮਨੀ ਮੈਡਨੈਸ ਪੋਇਮ ਦੇ ਵਿੱਚ ਕਹਿੰਦਾ ਵੀ ਰੋਟੀ ਕੱਪੜਾ ਮਕਾਨ ਇਹ ਸਭ ਦੇ ਲਈ ਕੀ ਹੋਣਾ ਚਾਹੀਦਾ, ਫ੍ਰੀ ਹੋਣਾ ਚਾਹੀਦਾ। ਜਿਵੇਂ ਕੌਨਸਟੀਟਿਊਸ਼ਨ ਹੈ ਜਿਹੜਾ ਆਪਣਾ ਪਾਰਟ 3 ਦੇ ਵਿੱਚ ਕੌਨਸਟੀਟਿਊਸ਼ਨ ਆਰਟੀਕਲ 21 ਦੇ ਵਿੱਚ ਕੀ ਕਿਹਾ ਉਹਨਾਂ ਨੇ, ਗਰੀਬ ਦੇ ਘਰ ਰੋਟੀ ਕੱਪੜਾ ਪਹੁੰਚਾਉਣਾ। ਠੀਕ ਹੈ, ਜਿਵੇਂ ਹੁਣ ਕਰੋਨਾ ਵਾਇਰਸ ਹੋਇਆ ਸੀਗਾ ਤੇ ਇਹ ਕੌਨਸਟੀਟਿਊਸ਼ਨ ਹੈ ਜਿਹੜਾ ਆਰਟੀਕਲ 21 ਫੋਲੋ ਕਰਿਆ ਗਿਆ ਸੀ, ਗਰੀਬ ਦੇ ਘਰ ਰੋਟੀ ਕੱਪੜਾ ਮਕਾਨ ਹੈ ਜਿਹੜਾ ਉਹ ਰੋਟੀ ਤਾਂ ਸਪੈਸ਼ਲੀ ਉਹਨਾਂ ਨੇ ਡੋਨੇਟ ਕਰੀ ਸੀ, ਮਤਲਬ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਗਰੀਬ ਨੇ। ਠੀਕ ਹੈ, ਇਹੀ ਪੋਇਟ ਵੀ ਇਹੀ ਕਹਿੰਦਾ ਵੀ ਸਭ ਦੇ ਲਈ ਕੀ ਹੋਣਾ ਚਾਹੀਦਾ, ਫ੍ਰੀ ਹੋਣਾ ਚਾਹੀਦਾ, ਤਾਂ ਜੋ ਆਪਣਾ ਢਿੱਡ ਹੈ ਜਿਹੜਾ ਉਹ ਭਰ ਸਕੇ। ਇਹਦੇ ਵਿੱਚ ਵੀ ਐਕਸਪਲੇਨੇਸ਼ਨ ਵੀ ਇਹੀ ਕਰੀ ਹੈ। ਹੇਅਰ ਦ ਪੋਇਟ ਅੰਡਰਲਾਈਨ ਦ indispensability of money in the present day world. He says that we must have money to save us from humiliation, मतलब भी save होना चाहिए। लास्ट लाइन देखते हैं, the poet wants bread, shelter and fire free for everyone. He wants these things to be free to anyone and everyone all over the world, पूरे world ਦੇ ਵਿੱਚ। Then the have-nots will not have to suffer humiliation at the hands of the haves, मतलब भी ਉਹਨੂੰ ਕੋਈ ਵੀ ਤਕਲੀਫ ਨਹੀਂ ਹੋਣੀ ਚਾਹੀਦੀ, ਸਾਰਾ ਕੁਝ ਉਹਨੂੰ ਫ੍ਰੀ ਮਿਲਣਾ ਚਾਹੀਦਾ। ਅਗਲਾ ਦੇਖਦੇ ਹਾਂ, we must regain our sanity about money before we start killing one another about it. It is one thing or the other. The poet says that the present day money madness can have very dangerous results. It can lead to a bloody struggle between the haves and the have-nots. Therefore, we must regain our sanity about money. If we do not do so, we will start killing one another. Thus, the poet openly voices his concern about the rank materialisms of the present age. It is good to have money, but it is ruinous to go mad about money. ਕਹਿੰਦੇ ਵੀ ਇਹ ਤੂਫਾਨ ਆਉਂਦਾ ਰਹਿੰਦਾ ਹੈਗਾ ਮੈਡਨੈਸ ਆਫ ਮਨੀ ਦਾ। The poet also advocates the free availability of the basic necessities of life, food, shelter and fire. ਠੀਕ ਹੈ, ਵੀ ਮਤਲਬ ਹਰ ਇੱਕ ਇਨਸਾਨ ਦੇ ਕੋਲ ਹੈ ਜਿਹੜਾ ਫੂਡ, ਸ਼ੈਲਟਰ ਔਰ ਮਨੀ, ਫੂਡ, ਸ਼ੈਲਟਰ ਔਰ ਫਾਇਰ ਜਿਹੜੀ ਹੋਣੀ ਚਾਹੀਦੀ ਹੈ। ਇਹ ਸੀਗੀ ਆਪਣੀ ਸਟੈਂਜਰਸ ਵਾਈਜ਼ ਐਕਸਪਲੇਨੇਸ਼ਨ। ਅੱਗੇ ਆਪਾਂ ਇਹਦੇ ਕੁਐਸਚਨ ਆਨਸਰ ਤੇ ਆਪਾਂ ਇੰਪੋਰਟੈਂਟ ਨੋਟਸ ਜਿਹੜੇ ਹਰ ਇੱਕ ਪੁਆਇੰਟ ਤੋਂ ਬਾਅਦ ਆਪਾਂ ਕਰਦੇ ਹਾਂ ਉਹ ਲੈ ਕੇ ਆਵਾਂਗੇ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।